मरियम मगदलीनी नूं वो कह रहे आ बार बार कि तू मेरे तो दूर हो जा। उसने उदा नाम लैके उसने बुलाया, मरियम। मैरी ऑफ मगदाला जिस इलाके भी उसी उत्थे ही उसका उत्थे जाम हुआ उसके। और ਉਹਦਾ ਬਾਪ ਜਿਹੜਾ ਉਸਨੂੰ ਬਚਪਨ ਦੇ ਵਿੱਚ ਕਾਇਤ ਸਿਖਾਉਂਦਾ ਹੁੰਦਾ ਸੀ, ਬੜੀ ਰਿਸਰਚ ਦੇ ਨਾਲ ਬਣਾਈ ਗਈ। ਬਚਪਨ ਦੇ ਵਿੱਚ ਉਸਦਾ ਬਾਪ ਉਸਨੂੰ ਮੇਰੇ ਨਾਲ ਯਸਾਇਆ ਨਬੀ ਦਾ 43ਵਾਂ ਪਾਠ ਕੱਢੋ। ਆਇਜ਼ਿਆ ਜਿਸ ਨੂੰ ਮਿਲ ਜਾਏ ਉਹ ਪੜ੍ਹਨਾ ਜ਼ਰੂਰ ਦੱਸਦਾ ਹੈ ਪਲੀਜ਼। दस सौ 99 पन्ना 43वां पाठ। और मैं इसलिए पहलियां 5 आयतां पढ़ूंगा। उसका बाप उसमें सिखाਉਂਦਾ ਹੁੰਦਾ ਸੀ कि जिसले तेनों डर लगे तो इन्हां आयतां नूं याद रखे। ये प्रभु का प्रॉमिस है साडे लई। असीं इजराइल दे लोक ते यसू ने इसे आयत नूं उसनूं बोलिया जिसले ओहदे वालों मुड़ी आ तो उसने कहा कि हे इजराइल तेरा रचनहारा प्रभु इस तरह कहता है, तू डर ना, मैं तेरा बचा करांगा। मैं तेरा नाम लैके सद्या है, तू मेरा है, तू मेरा है। जदों तू डूंगे पानियां दे विचों दी लंघेगा तो मैं तेरे नाल। तेरे दुख तेरे उत्ते जित प्राप्त नहीं करनगे। जदों तू अग दे विचों दी लंघेगा तो सड़ेगा नहीं। तेरे कठिन परतावे तेरा कुछ नहीं बिगाड़ा। मैं प्रभु परमेश्वर, मैं प्रभु तेरा परमेश्वर हाँ। इजराइल का पवित्र पुरख तेरा छुटकारा देने वाला है। मैं तेनू छुड़ाउण दे बदले मिस्र सुडान ते सबा नू छड़ दिता है। तेरे बचाउण दे लई मैं कौमां नू एक पासे कर दिता है, क्योंकि तू मेरे लिए बहुमुल्ला है अते मैं तेनू प्यार करदा अते आदर दिंदा। And that's what she lost. Respect. बंदे दी रिस्पेक्ट की है। प्रभु कहता मैं परमेश्वर तेनों आदर दिंदा हां। तू डर ना, क्योंकि मैं तेरे नाल हूं। मैं दूर ते पूरब अते पश्चिम तो तेरे लोकां नूं तेरे घर लियावांगा। मैं उत्तर नूं कहांगा कि उन्हां नूं जाण दे, दखण नूं कहांगा कि उन्हां नूं ना रोक। मेरे लोक संसार दी हर नुक्कड़ तो अर्थात दूर दूर दी धरती तो वापस आउणगे। वो मेरे अपने लोग हैं जिन्हां नूं मैं अपनी महिमा प्रगट करन दे बनाया। अगर सचमुच तुहानूं आदत है आयतां लिखण दियां, ये 7 आयतां ऐसियां जिहड़ियां प्रभु दे प्यार दे नाल पढ़ियां, उसके कंपैशन दे नाल पढ़ियां, उसके दर्द दे नाल पढ़ियां। सो अज असीं प्रभु यसु मसीह दे विच इस तो पहला असीं अपने बच्चों के नाल रिश्ता बनाइए तां असीं ये देखिए कि प्रभु यसु मसीह ने बाप दा प्रगटावा साडे नाल किस तरह किया, कि यसु दा साडे नाल रिश्ता किदां दा है, ये देखना जरूरी है। और जिसले यसु दे नाल साडे रिश्ते नूं असीं देखांगे तो उस तो सानूं मदद मिलेगी कि साडा
ਆਪਣੇ ਬੱਚਿਆਂ ਦੇ ਨਾਲ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ, ਔਰ ਬੱਚਿਆਂ ਦਾ ਜਿਹੜਾ ਰਿਸ਼ਤਾ ਹੈ ਉਹ ਸਾਡੇ ਨਾਲ ਕਿੱਦਾਂ ਦਾ ਹੋਣਾ ਚਾਹੀਦਾ। ਪ੍ਰਭੂ ਦੇ ਵਚਨ ਦੇ ਵਿੱਚ ਮੈਂ ਤੁਹਾਨੂੰ ਬਹੁਤ ਵਾਰੀ ਇੱਕ ਹਿੱਸਾ ਦਿਖਾਉਣਾ, ਉਸ ਨੂੰ ਬੜਾ ਸੰਖੇਪ ਦੇ ਵਿੱਚ ਅਸੀਂ ਦੇਖਾਂਗੇ। ਔਰ ਉੱਥੇ 34ਵੇਂ ਭਾਵ ਦੇ ਵਿੱਚ ਲਿਖ ਲਓ ਤੁਸੀਂ, 34ਵਾਂ ਆਇਜ਼ਾ ਦਾ 34ਵਾਂ ਭਾਵ 1 ਤੋਂ 6 ਆਇਤ। ਔਰ ਉੱਥੇ ਪ੍ਰਭੂ ਨੇ मूसा ਨੂੰ ਆ ਕੇ ਦੱਸਿਆ ਸੀ, ਮੈਂ ਕੌਣ, who am I, ਮੈਂ ਅਸਲ ਦੇ ਵਿੱਚ ਕੌਣ। ਅਗਰ ਪ੍ਰਭੂ ਪਰਮੇਸ਼ਵਰ ਦੇ ਬਾਰੇ ਜਾਣਨਾ ਹੋਵੇ ਕਿ ਜਿਸ ਪ੍ਰਭੂ ਤੇ ਅਸੀਂ ਭਰੋਸਾ ਕੀਤਾ ਉਹ ਕੌਣ, ਤਾਂ ਉਹ ਆਇਤਾਂ ਜਿਹੜੀਆਂ ਹੈਗੀਆਂ ਥੋੜੀਆਂ ਜਿਹੀਆਂ ਆਇਤਾਂ ਉਹ ਸਮ ਅਪ ਕਰ ਦਿੰਦੀਆਂ ਇਸ ਚੀਜ਼ ਨੂੰ, ਜਿੱਥੋਂ ਸਾਨੂੰ ਸਾਡੇ ਬਾਪ ਦੀ ਨੇਚਰ ਦਾ ਪਤਾ ਲੱਗਦਾ ਕਿ ਉਸਦੀ ਸੋਚ ਉਹ ਹੈ ਕੌਣ, ਇਸ ਚੀਜ਼ ਦਾ ਪਤਾ ਲੱਗਦਾ। ਸੋ ਆਓ ਮੇਰੇ ਨਾਲ ਉਸ ਹਿੱਸੇ ਨੂੰ ਅਸੀਂ ਦੁਬਾਰਾ ਦੇਖਾਂਗੇ, ਇੱਕ ਵਾਰੀ ਦੁਬਾਰਾ ਯਾਦ ਕਰਾਂਗੇ, ਕਿਉਂਕਿ ਉਹਦੇ ਅਨੁਸਾਰ ਮੈਂ ਸਾਰੀ ਚੀਜ਼ ਨੂੰ ਸੈੱਟ ਕੀਤਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਦੇਖੀਆਂ, ਜਿਸ ਲਈ ਸਾਡਾ ਬਾਪ ਧਰਤੀ ਤੇ ਆਇਆ, ਮਸੀਹ ਦੇ ਰੂਪ ਦੇ ਵਿੱਚ ਖਾਲੀ ਕਰਕੇ ਬੇਟਾ ਬਣ ਕੇ ਆਇਆ, ਔਰ ਉਸਦੇ ਵਿੱਚ ਅਸੀਂ ਕੀ ਦੇਖਿਆ, ਔਰ ਕਿਉਂ ਅਸੀਂ ਕਹਿ ਸਕਦੇ ਹਾਂ ਕਿ ਬਾਪ ਔਰ ਬੇਟਾ ਉੱਥੇ ਸੀ, ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ। ਲੇਕਿਨ ਇਸ ਤੋਂ ਪਹਿਲਾਂ ਆਓ ਅਸੀਂ ਆਪਣੇ ਪ੍ਰਭੂ ਪਰਮੇਸ਼ਵਰ ਦੀ ਨੇਚਰ ਦੇਖੀਏ। ਮੇਰੇ ਨਾਲ 5ਵੀਂ ਆਇਤ ਦੇ ਵਿੱਚ ਆ ਜਾਓ, ਬਸ ਅਸੀਂ ਇੱਥੋਂ ਥੋੜਾ ਜਿਹਾ ਪੜਾਂਗੇ। ਕਹਿੰਦਾ ਤਦ ਪ੍ਰਭੂ ਨੇ ਕੂਚ ਦਾ 34ਵਾਂ ਭਾਵ 129 ਪੰਨਾ, 129 ਪੰਨਾ। ਅਗਰ ਸੱਚਮੁੱਚ ਤੁਹਾਨੂੰ ਇੱਥੇ ਨਿਸ਼ਾਨੀ ਲਾਉਣ ਦੀ ਆਦਤ ਹੈ ਜਾਂ ਹਾਈਲਾਈਟ ਕਰਨ ਦੀ ਆਦਤ ਹੈ, ਤੇ ਇਹ ਆਇਤਾਂ ਐਸੀਆਂ ਜਿਹੜੀਆਂ ਹਾਈਲਾਈਟ ਕਰਨੀਆਂ, ਕਿਉਂਕਿ ਯਹੂਦੀਆਂ ਨੂੰ ਪ੍ਰਭੂ ਨੇ ਇੱਕ ਚੀਜ਼ ਕਹੀ ਸੀ, ਇਜ਼ਰਾਈਲੀਆਂ ਨੂੰ, ਕਿ ਜਿਹੜਾ ਮੇਰਾ ਵਚਨ ਆ ਉਸ ਨੂੰ ਲਿਖ ਕੇ ਉਸ ਨੂੰ ਆਪਣੀਆਂ ਚਗਾਠਾਂ ਤੇ ਲਿਖਿਓ, ਉਸ ਨੂੰ ਆਪਣੇ ਹੱਥਾਂ ਤੇ ਲਿਖਿਓ, ਉਸ ਨੂੰ ਆਪਣੇ ਮੱਥੇ ਤੇ ਲਿਖਿਓ, ਤਾਂ ਕਿ ਤੁਹਾਨੂੰ ਯਾਦ ਰਹਿਣ। ਸੋ ਪ੍ਰਭੂ ਨੂੰ ਕੋਈ ਦੁੱਖ ਨਹੀਂ ਅਗਰ ਅਸੀਂ ਬਾਈਬਲ ਦੇ ਵਿੱਚ ਕੁਝ ਲਿਖਦੇ ਹਾਂ। ਯਹੂਦੀਆਂ ਨੇ ਪਟੇ ਬਣਾਏ ਹੁੰਦੇ ਸੀ ਚਮੜੇ ਦੇ, ਉਸ ਦੇ ਉੱਤੇ ਆਇਤਾਂ ਲਿਖੀਆਂ ਹੁੰਦੀਆਂ ਸੀ, ਤਾਂ ਆਪਣੀਆਂ ਬਾਹਾਂ ਨੂੰ ਬੰਨ ਕੇ ਪੂਰੀ ਤਰ੍ਹਾਂ ਹੱਥਾਂ ਦੇ ਉੱਤੇ ਲਪੇਟ ਕੇ ਤੇ ਏਦਾਂ ਮੱਥੇ ਦੇ ਉੱਤੇ ਮੋਹਰੇ ਇਹਨਾਂ ਨੇ ਇੱਕ ਡੱਬੀ ਬੰਨੀ ਹੁੰਦੀ ਸੀ, ਜਿਸ ਦੇ ਵਿੱਚ 10 ਕਮੈਂਡਮੈਂਟਸ ਲਿਖੀਆਂ ਹੁੰਦੀਆਂ ਸੀ, ਤਾਂ ਫਿਰ ਉਹ ਦੁਆ ਕਰਨ ਜਾਂਦੇ ਹੁੰਦੇ ਸੀ, ਤਾਂ ਕਿ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ ਚੋਗਿਆਂ ਦੇ ਉੱਤੇ ਸ਼ਾਲ, ਜਿਹੜਾ ਪ੍ਰੇਰ ਸ਼ਾਲ ਉਹ ਲੈਂਦੇ ਸੀ, ਉਹਦੇ ਤੇ ਪ੍ਰਭੂ ਦਾ ਵਚਨ ਲਿਖਿਆ ਹੁੰਦਾ ਸੀ। ਸੋ ਕਿਉਂਕਿ ਇਹ ਸਾਡੀ ਖੁਰਾਕ, this is it। ਪ੍ਰਭੂ ਨੇ ਇਹਦੇ ਅਨੁਸਾਰ ਸਾਡੇ ਨਾਲ ਕੰਮ ਕਰਨਾ। ਇਹ ਤੋਂ ਬਾਹਰ ਜਾਵਾਂਗੇ ਤਾਂ ਉਹ ਕੰਮ ਨਹੀਂ ਕਰਦਾ। ਵਚਨ ਦੇ ਅੰਦਰ ਰਹਿ ਕੇ ਸਾਡਾ ਪ੍ਰਭੂ ਕੰਮ ਕਰਦਾ, ਕਿਉਂਕਿ ਇਹ ਸਾਨੂੰ ਉਸਨੇ ਦਿੱਤਾ। ਦੇਖੋ ਪ੍ਰਭੂ ਨੇ ਦੱਸਿਆ ਕੌਣ ਮੈਂ। ਤਦ ਪ੍ਰਭੂ ਬੱਦਲ ਦੇ ਵਿੱਚ ਆ ਕੇ ਮੂਸਾ ਦੇ ਕੋਲ ਖਲੋ ਗਿਆ ਅਤੇ ਉਸਨੇ ਆਪਣਾ ਨਾਮ ਪ੍ਰਭੂ ਕਰਕੇ ਲਿਆ। ਫਿਰ ਪ੍ਰਭੂ ਉਸਦੇ ਅੱਗਿਓਂ ਦੀ ਇਹ ਕਹਿੰਦਾ ਹੋਇਆ ਲੰਘਿਆ, ਮੈਂ ਪ੍ਰਭੂ ਹਾਂ, ਮੈਂ ਪ੍ਰਭੂ ਯਾਹਵੇ, ਮੈਂ ਪ੍ਰਭੂ ਹਾਂ, ਜੋ ਦਿਆਲੂ, ਕਿਰਪਾਲੂ, ਗੁੱਸਾ ਕਰਨ ਚ ਮੱਠਾ, ਧੀਰਜ ਰੱਖਣ ਵਾਲਾ, ਪਿਆਰ ਸੱਚਾਈ ਦੇ ਨਾਲ ਅਤ ਭਰਪੂਰ ਪ੍ਰਭੂ ਪਰਮੇਸ਼ਰ, ਜੋ ਹਜ਼ਾਰਾਂ ਤੇ ਦਇਆ ਕਰਦਾ ਅਤੇ ਉਹਨਾਂ ਦੇ ਅਪਰਾਧਾਂ ਨੂੰ ਮਾਫ ਕਰਦਾ ਹੈ, ਪਰ ਮਾਪਿਆਂ ਤੇ ਪਰਦਾਦਿਆਂ ਦੇ ਪਾਪਾਂ ਦਾ ਬੱਚਿਆਂ ਦੇ ਕੋਲ ਬਦਲਾ ਲੈਂਦਾ ਹੈ। ਪਰ ਦੂਜੇ ਪਾਸੇ ਅਗਰ ਅਸੀਂ ਦੇਖੀਏ, ਪਰ ਮਾਪਿਆਂ ਤੇ ਪਰਦਾਦਿਆਂ ਦੇ ਭਲੇ ਕੰਮਾਂ ਦਾ ਬਦਲਾ ਉਹ ਦਿੰਦਾ ਹੈ, ਉਹ ਯਾਦ ਰੱਖਦਾ। ਤੁਹਾਡੀਆਂ ਸੰਤਾਨਾਂ ਦੀਆਂ ਸੰਤਾਨਾਂ ਤੱਕ ਬਰਕਤ ਲੈ ਕੇ ਜਾਏਗਾ, ਸਿਰਫ ਤੁਹਾਡੇ ਲਈ। ਦਾਊਦ ਦੇ ਟੱਬਰ ਦੇ ਜਿੰਨੇ ਰਾਜੇ ਹੋਏ ਆ, ਉਹਨਾਂ ਸਾਰਿਆਂ ਨੂੰ ਬਰਕਤ ਦਾਊਦ ਦੇ ਘਰ ਦੀ ਮਿਲੀ। ਉਸਨੇ ਕਿਹਾ ਤੇਰੇ ਕੰਮ, ਰਾਜਾ ਨੇ ਕਿਹਾ ਤੇਰੇ ਕੰਮ ਤਾਂ ਭਲੇ ਨਹੀਂ,
पर तेरे पुरख है दाऊद दे घर दे, मैं तेनू माफ कर। पर असीं प्रभु ने चाहया ते आउण वाले दिनां दे विच दाऊद और सोलोमन दे उत्ते सब कुछ देखांगे, उहदे नाल साम्स देखांगे, उहदे नाल कहावतां देखांगे। सो आओ अगे बढ़ीए। सो असीं जिहड़ी प्रभु दी हुण नेचर देखनी है, ਉਹ ਦੇਖਣੀ ਹੈਗੀ ਹੈ ਕਿ ਉਹ ਦਿਆਲੂ ਆ, ਕਿਰਪਾਲੂ ਆ, ਉਹ ਸ਼ਾਂਤ ਸੁਭਾਅ ਦਾ। ਜਲਦੀ ਉਹ ਅੱਗ ਬਬੂਲਾ ਨਹੀਂ ਹੁੰਦਾ ਜਦੋਂ ਅਸੀਂ ਹੋ ਜਾਂਦੇ, ਮੇਰੇ ਵਰਗੇ ਹੋ ਜਾਂਦੇ ਆ। ਧੀਰਜਵਾਨ ਆ, ਪਿਆਰ ਤੇ ਸੱਚਾਈ ਤੇ ਮਾਫ ਕਰਨ ਵਾਲਾ, ਉਹ ਕੰਪੈਸ਼ਨ ਦੇ ਨਾਲ, ਦਰਦ ਦੇ ਨਾਲ, ਦਿਲ ਦਰਦ ਦੇ ਨਾਲ ਭਰਿਆ ਹੋਇਆ। ਇਹਨਾਂ ਚੀਜ਼ਾਂ ਨੂੰ ਦੇਖਾਂਗੇ। ਮੇਰੇ ਨਾਲ ਲੂਕਾ ਦੇ ਵਿੱਚ ਹੁਣ ਆ ਜਾਓ, ਉਸਦਾ 8ਵਾਂ ਭਾਵ 40 ਤੋਂ 56 ਆਇਤ ਜਿਸ ਨੂੰ ਮਿਲ ਜਾਏ ਉਸ ਨੂੰ ਪੜ੍ਹਦੇ। ਲੂਕਾ ਦੇ ਵਿੱਚ 8ਵਾਂ ਭਾਵ। ਹਾਂਜੀ ਗੁੱਡ। ਯਾਇਰਸ ਦੀ ਪੁੱਤਰੀ ਅਤੇ ਰਤਵਾਹਨ ਦੀ ਬਿਮਾਰ ਔਰਤ ਨੂੰ ਚੰਗਾ ਕਰਨਾ। ਜਦੋਂ ਯਿਸੂ ਝੀਲ ਦੇ ਦੂਜੇ ਪਾਸੇ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ, ਕਿਉਂਕਿ ਉਹ ਉਹਨਾਂ ਦਾ ਰਾਹ ਤੱਕ ਰਹੇ ਸਨ। ਯਾਇਰਸ ਨਾਂ ਦਾ ਇੱਕ ਆਦਮੀ ਉੱਥੇ ਆਇਆ। ਉਹ ਪ੍ਰਾਰਥਨਾ ਘਰ ਦਾ ਅਧਿਕਾਰੀ ਸੀ। ਉਹ ਯਿਸੂ ਦੇ ਚਰਨੀ ਪੈ ਕੇ ਬੇਨਤੀ ਕਰਨ ਲੱਗਾ ਕਿ ਉਹ ਉਸ ਦੇ ਘਰ ਚੱਲਣ, ਕਿਉਂਕਿ ਉਸ ਦੀ ਇੱਕਮਾਤਰ ਸੰਤਾਨ ਜੋ ਲਗਭਗ 12 ਸਾਲ ਦੀ ਸੀ, ਉਹ ਬਿਮਾਰ ਸੀ, ਉਹ ਮਰਨ ਵਾਲੀ ਸੀ। ਜਦੋਂ ਯਿਸੂ ਯਾਇਰਸ ਦੇ ਨਾਲ ਜਾ ਰਹੇ ਸਨ, ਭੀੜ ਉਹਨਾਂ ਨੂੰ ਚਾਰੇ ਪਾਸਿਓਂ ਦਬਾ ਰਹੀ ਸੀ। ਭੀੜ ਵਿੱਚ ਇੱਕ ਔਰਤ ਸੀ, ਉਸਨੂੰ 12 ਸਾਲਾਂ ਤੋਂ ਰਤਵਾਹਨ ਦਾ ਰੋਗ ਸੀ। ਉਸਨੇ ਇਸ ਦਾ ਬਹੁਤ ਇਲਾਜ ਕਰਵਾਇਆ ਅਤੇ ਆਪਣਾ ਸਭ ਕੁਝ ਇਸ ਉੱਤੇ ਖਰਚ ਕਰ ਦਿੱਤਾ, ਪਰ ਉਸਨੂੰ ਕੋਈ ਲਾਭ ਨਹੀਂ ਹੋਇਆ ਸੀ। ਉਹ ਭੀੜ ਵਿੱਚ ਯਿਸੂ ਦੇ ਪਿੱਛੋਂ ਦੀ ਹੋ ਕੇ ਆਈ ਅਤੇ ਉਸਨੇ ਯਿਸੂ ਦੇ ਚੋਗੇ ਦਾ ਪੱਲਾ ਛੂਹ ਲਿਆ। ਉਹ ਪੱਲਾ ਛੂਹਦਿਆਂ ਹੀ ਠੀਕ ਹੋ ਗਈ। ਯਿਸੂ ਨੇ ਲੋਕਾਂ ਤੋਂ ਪੁੱਛਿਆ, ਮੈਨੂੰ ਕਿਸ ਨੇ ਛੂਹਿਆ ਹੈ? ਜਦੋਂ ਸਾਰਿਆਂ ਨੇ ਇਨਕਾਰ ਕੀਤਾ ਤਾਂ ਪਤਰਸ ਨੇ ਯਿਸੂ ਨੂੰ ਕਿਹਾ, ਮਾਲਕ, ਤੁਸੀਂ ਭੀੜ ਨਾਲ ਘਿਰੇ ਹੋਏ ਹੋ, ਲੋਕੀ ਚੌਹਾਂ ਪਾਸਿਆਂ ਤੋਂ ਤੁਹਾਡੇ ਉੱਤੇ ਡਿੱਗਦੇ ਪਏ ਹਨ, ਫਿਰ ਵੀ ਤੁਸੀਂ ਪੁੱਛ ਰਹੇ ਹੋ ਮੈਨੂੰ ਕਿਸ ਨੇ ਛੂਹਿਆ ਹੈ? ਪਰ ਯਿਸੂ ਨੇ ਕਿਹਾ, ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ, ਕਿਉਂਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ। ਉਸ ਔਰਤ ਨੇ ਦੇਖਿਆ ਕਿ ਉਹ ਲੁਕ ਨਹੀਂ ਸਕਦੀ, ਇਸ ਲਈ ਉਹ ਕੰਬਦੀ ਹੋਈ ਅੱਗੇ ਆਈ ਅਤੇ ਯਿਸੂ ਦੇ ਚਰਨੀ ਡਿੱਗ ਪਈ। ਉਸਨੇ ਸਾਰਿਆਂ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸਨੇ ਯਿਸੂ ਦਾ ਪੱਲਾ ਛੂਹਿਆ ਹੈ ਅਤੇ ਉਹ ਕਿਸ ਤਰ੍ਹਾਂ ਇੱਕਦਮ ਠੀਕ ਹੋ ਗਈ ਹੈ। ਯਿਸੂ ਨੇ ਉਸ ਔਰਤ ਨੂੰ ਕਿਹਾ, ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਜਾ। ਪਾਸਟਰ ਜੀ ਹੋਰ ਪੜ੍ਹਨਾ ਹਜੇ? ਇੱਥੇ ਤੱਕ ਠੀਕ ਆ, ਪਰ ਅਗਲਾ ਹਿੱਸਾ ਵੀ ਤੁਸੀਂ ਪੜ੍ਹੋ। ਓਕੇ ਜੀ। ਇੱਥੇ ਤੁਸੀਂ ਇੱਕ ਚੀਜ਼ ਦੇਖੋ, ਪ੍ਰਭੂ ਯਿਸੂ ਮਸੀਹ ਨੂੰ ਉਸਨੇ ਛੂਹਿਆ ਔਰ ਉਸਨੇ ਕਿਹਾ, ਤਾਕਤ ਮੇਰੇ ਵਿੱਚੋਂ ਨਿਕਲੀ ਆ, ਕਹਿੰਦਾ ਸਾਰੀ ਦੁਨੀਆ ਤੇ ਛੂਹਦੀ ਪਈ। ਇਹ ਕਿ ਤੁਸੀਂ ਕਿਸ ਤਰ੍ਹਾਂ ਕਹਿੰਦੇ, ਮੈਂ ਕਹਿੰਦਾ ਤੁਸੀਂ ਨਹੀਂ। ਬੜੀ ਦੇਖਣ ਵਾਲੀ ਚੀਜ਼ ਆ ਕਿ ਪ੍ਰਭੂ ਯਿਸੂ ਨੇ ਉਸ ਔਰਤ ਨੂੰ ਕਿਸ ਤਰ੍ਹਾਂ ਕਿਹਾ, ਉਸਨੂੰ ਸੰਬੋਧਨ ਕਿਸ ਤਰ੍ਹਾਂ ਕੀਤਾ। ਧੀਏ, ਧੀਏ, ਸੰਤਾਨ ਤੇ ਬਾਪ ਕੌਣ ਕੰਮ ਕਰਦਾ ਪਿਆ? ਬਾਪ ਕੰਮ ਕਰਦਾ। ਯਿਸੂ ਤੋਂ ਉਮਰ ਤੋਂ ਵੀ ਛੋਟਾ ਹੈ। ਯਿਸੂ ਦੀ ਉਮਰ ਤਾਂ ਬੇਸਿਕਲੀ ਇੱਥੇ 31 ਸਾਲ ਦੀ, 31 ਜਾਂ 32 ਸਾਲ ਦੀ, ਲੇਕਿਨ ਉਸਨੇ ਤਾਂ ਆਪਣਾ ਸਾਰਾ ਧਨ ਲੁਟਾ ਦਿੱਤਾ, ਸਾਰਾ ਕੁਝ ਹੋ ਗਿਆ, ਸਾਹ ਚ ਫੇਰੇ ਫਿਰ ਕੇ ਉਸਨੇ ਦੇਖ ਲਿਆ ਵਿਚਾਰੀ ਨੇ ਬਾਪ ਦਾ, ਸਾਡੇ ਸਵਰਗੀ ਬਾਪ ਦਾ ਦੇਖੋ ਰਿਸ਼ਤਾ ਸਾਡੇ ਨਾਲ ਕਿੱਦਾਂ ਦਾ। ਧੀਏ ਤੇਰੀ ਉਸਨੇ ਪ੍ਰਭੂ ਯਿਸੂ ਨੂੰ ਡਰਦੀ ਕੰਬਦੀ ਉਹਦੇ ਕੋਲ ਆਈ ਆ, ਔਰ ਦੇਖੋ ਕਿੰਨੇ ਪਿਆਰ ਔਰ ਕਿੰਨੇ ਕੰਪੈਸ਼ਨ ਦੇ ਨਾਲ ਪ੍ਰਭੂ ਨੇ ਉਸਨੂੰ ਆਪਣੇ ਵੱਲ ਨੂੰ ਲੈ ਕੇ ਆਇਆ। ਏਦਾਂ ਦਾ ਰਿਸ਼ਤਾ ਸਾਡੇ ਬਾਪ ਦਾ, ਇਸ ਤਰ੍ਹਾਂ ਦਾ ਰਿਸ਼ਤਾ ਸਾਡੇ ਸਵਰਗੀ ਬਾਪ ਦਾ ਸਾਡੇ ਨਾਲ। ਉਸ ਤੋਂ ਬਾਅਦ ਆਓ ਅਸੀਂ 49 ਤੋਂ ਲੈ ਕੇ 56 ਤੱਕ ਦੇਖੀਏ। ਸਿਸਟਰ ਜੀ ਗੋ ਹੈ। ਓਕੇ। ਯਿਸੂ ਅਜੇ ਕਹਿ ਹੀ ਰਹੇ ਸਨ ਕਿ ਇੱਕ ਆਦਮੀ ਯਾਇਰਸ ਦੇ ਘਰੋਂ ਆਇਆ। ਉਸਨੇ ਯਾਇਰਸ ਨੂੰ ਕਿਹਾ, ਤੁਹਾਡੀ ਪੁੱਤਰੀ ਮਰ ਗਈ ਹੈ, ਹੁਣ ਗੁਰੂ ਜੀ ਨੂੰ ਖੇਚਲ ਨਾ ਦਿਓ।
ਯਿਸੂ ਨੇ ਵੀ ਇਹ ਸੁਣਿਆ, ਪਰ ਉਹਨਾਂ ਨੇ ਜੈਰਸ ਨੂੰ ਕਿਹਾ, ਡਰ ਨਹੀਂ, ਕੇਵਲ ਵਿਸ਼ਵਾਸ ਰੱਖ, ਤੇਰੀ ਧੀ ਚੰਗੀ ਹੋ ਜਾਵੇਗੀ। ਜਦੋਂ ਯਿਸੂ ਜੈਰਸ ਦੇ ਘਰ ਪਹੁੰਚੇ, ਉਹਨਾਂ ਲੋਕਾਂ ਨੂੰ ਘਰ ਦੇ ਬਾਹਰ ਹੀ ਰੋਕ ਦਿੱਤਾ। ਕੇਵਲ ਪਤਰਸ, ਯੋਹੰਨਾ, ਯਾਕੂਬ ਅਤੇ ਲੜਕੀ ਦੇ ਮਾਤਾ ਪਿਤਾ ਨੂੰ ਆਪਣੇ ਨਾਲ ਅੰਦਰ ਲੈ ਗਏ। ਅੰਦਰ ਸਾਰੇ ਲੋਕੀ ਰੋ ਰਹੇ ਸਨ। ਉਹ ਲੜਕੀ ਲਈ ਬਹਿਣ ਪਾ ਰਹੇ ਸਨ। ਯਿਸੂ ਨੇ ਉਹਨਾਂ ਨੂੰ ਕਿਹਾ, ਰੋਵੋ ਨਹੀਂ, ਲੜਕੀ ਮਰੀ ਨਹੀਂ, ਉਹ ਸੌਂ ਰਹੀ ਹੈ। ਲੋਕੀ ਜਾਣਦੇ ਸਨ ਕਿ ਲੜਕੀ ਮਰ ਗਈ ਹੈ, ਇਸ ਲਈ ਉਹ ਯਿਸੂ ਨੂੰ ਮਖੌਲ ਕਰਨ ਲੱਗੇ। ਪਰ ਯਿਸੂ ਨੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਿਹਾ, ਹੇ ਲੜਕੀ, ਉੱਠ। ਲੜਕੀ ਦੇ ਪ੍ਰਾਣ ਉਸ ਵਿੱਚ ਮੁੜ ਆਏ। ਉਹ ਉਸੇ ਵੇਲੇ ਉੱਠ ਕੇ ਬੈਠ ਗਈ। ਯਿਸੂ ਨੇ ਉਸ ਦੇ ਮਾਤਾ ਪਿਤਾ ਨੂੰ ਆਗਿਆ ਦਿੱਤੀ ਕਿ ਲੜਕੀ ਨੂੰ ਕੁਝ ਖਾਣ ਲਈ ਦਿਓ। ਲੜਕੀ ਦੇ ਮਾਤਾ ਪਿਤਾ ਇਸ ਉੱਤੇ ਹੈਰਾਨ ਰਹਿ ਗਏ। ਯਿਸੂ ਨੇ ਉਹਨਾਂ ਨੂੰ ਕਿਹਾ, ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣਾ। ਆਮੀਨ। ਕਿਸੇ ਨੂੰ ਕੁਝ ਨਾ ਦੱਸਣਾ। ਇਸ ਬਿਟਵੀਨ ਯੂ ਐਂਡ ਮੀ। ਇਹ ਕੋਈ ਦਿਖਾਵਾ ਨਹੀਂ, ਇਹ ਪਿਆਰ ਆ। ਯਿਸੂ ਨੇ ਉਹਨਾਂ ਨੇ ਮਖੌਲ ਕੀਤੇ। ਇੱਕ ਪਲ ਉਹ ਬਿਆਨ ਪਾ ਰਿਹਾ, ਦੂਜੇ ਪਲ ਉਹ ਮਖੌਲ ਕਰ ਰਿਹਾ। ਕਿੱਦਾਂ ਦਾ ਬਿਆਨ ਪਾ ਰਿਹਾ? ਇਹਦਾ ਮਤਲਬ ਝੂਠਾ ਬਿਆਨ ਪਾ ਰਿਹਾ। ਰੋ ਵੀ ਝੂਠੇ ਰਹੇ। ਜੇ ਸੱਚਮੁੱਚ ਉਹ ਦਿਲ ਤੋਂ ਰੋ ਰਹੇ ਹੁੰਦੇ ਤਾਂ ਕਹਿੰਦੇ, ਅੱਛਾ ਕੋਈ ਨਹੀਂ, ਆਉਣ ਦਿਓ ਇਹਨਾਂ ਨੂੰ ਅੰਦਰ। ਕੈਸੇ ਕੋਈ ਦਰਦ ਨਹੀਂ। ਉਸ ਬੰਦੇ ਦੀ ਇੱਕੋ ਹੀ ਬੱਚੀ ਹੈ। ਰੋਣਾ ਵੀ ਝੂਠਾ ਹੈ। ਔਰ ਦੇਖੋ ਪ੍ਰਭੂ ਦਾ ਰਿਸ਼ਤਾ ਕਿੱਦਾਂ ਦਾ, ਸਾਡੇ ਬਾਪ ਦਾ ਰਿਸ਼ਤਾ ਸਾਡੇ ਨਾਲ ਕਿੱਦਾਂ ਦਾ, ਕਿਉਂਕਿ ਉਸਨੇ ਦੁਆ ਕੀਤੀ। ਮੰਦਰ ਦਾ ਉਹ ਅਧਿਕਾਰੀ ਆ, ਔਰ ਇਹਨਾਂ ਹੀ ਅਧਿਕਾਰੀਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਤੇ ਦੇਣਾ। ਲੇਕਿਨ ਇਹ ਸਭ ਕੁਝ ਜਾਣਦਿਆਂ ਹੋਇਆਂ ਪ੍ਰਭੂ ਯਿਸੂ ਦੇ ਮਨ ਦੇ ਵਿੱਚ ਕੋਈ ਵੈਰ ਨਹੀਂ। ਈਵਨ ਇਹਨਾਂ ਦੇ ਨਾਲ ਕੋਈ ਵੈਰ। ਏਦਾਂ ਦਾ ਰਿਸ਼ਤਾ ਸਾਡੇ ਬਾਪ ਦਾ ਸਾਡੇ ਨਾਲ। ਆਓ ਲੂਕਾ ਦੇ 7ਵੇਂ ਭਾਵ ਦੇ ਵਿੱਚ ਚਲੀਏ। ਇਸ ਦੇ ਸਭ ਤੋਂ ਪਿੱਛੇ 7ਵਾਂ ਭਾਵ, ਲੂਕ ਚੈਪਟਰ 17, 11 ਤੋਂ 17, 11 to 17। ਜਿਸ ਨੂੰ ਮਿਲ ਜਾਏ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਗੋ ਅਹੈਡ, ਮੇਰੀ ਗੱਲ। ਪ੍ਰਭੂ ਯਿਸੂ ਦਾ ਇੱਕ ਵਿਧਵਾ ਦੇ ਪੁੱਤਰ ਨੂੰ ਜ਼ਿੰਦਾ ਕਰਨਾ। ਇਸ ਦੇ ਪਿੱਛੋਂ ਯਿਸੂ ਨਾਈਨ ਨਾਂ ਦੇ ਨਗਰ ਨੂੰ ਗਏ। ਉਹਨਾਂ ਦੇ ਨਾਲ ਉਹਨਾਂ ਦੇ ਚੇਲੇ ਅਤੇ ਬਹੁਤ ਸਾਰੇ ਲੋਕ ਵੀ ਸਨ। ਜਦੋਂ ਯਿਸੂ ਉਸ ਨਗਰ ਦੇ ਅੰਦਰ ਜਾਣ ਵਾਲੇ ਫਾਟਕ ਕੋਲ ਪਹੁੰਚੇ ਤਾਂ ਲੋਕੀ ਇੱਕ ਮੁਰਦੇ ਨੂੰ ਬਾਹਰ ਲੈ ਕੇ ਆ ਰਹੇ ਸਨ। ਉਹ ਮਰਿਆ ਹੋਇਆ ਆਦਮੀ ਆਪਣੀ ਮਾਂ ਦਾ ਇੱਕੋ ਇੱਕ ਪੁੱਤਰ ਸੀ। ਉਸ ਦੀ ਮਾਂ ਵਿਧਵਾ ਸੀ। ਉਸ ਵਿਧਵਾ ਦੇ ਨਾਲ ਨਗਰ ਦੇ ਬਹੁਤ ਸਾਰੇ ਲੋਕੀ ਸਨ। ਜਦੋਂ ਪ੍ਰਭੂ ਯਿਸੂ ਨੇ ਉਸ ਵਿਧਵਾ ਨੂੰ ਦੇਖਿਆ ਤਾਂ ਉਹਨਾਂ ਦਾ ਦਿਲ ਦਇਆ ਨਾਲ ਭਰ ਗਿਆ। ਉਹਨਾਂ ਨੇ ਉਸ ਵਿਧਵਾ ਨੂੰ ਆਖਿਆ, ਨਾ ਰੋ। ਫਿਰ ਉਹਨਾਂ ਨੇ ਅੱਗੇ ਜਾ ਕੇ ਅਰਥੀ ਨੂੰ ਛੂਹਿਆ। ਅਰਥੀ ਦੇ ਚੁੱਕਣ ਵਾਲੇ ਇੱਕਦਮ ਖੜੇ ਹੋ ਗਏ। ਯਿਸੂ ਨੇ ਉਸ ਮਰੇ ਹੋਏ ਜਵਾਨ ਨੂੰ ਕਿਹਾ, ਮੈਂ ਕਹਿੰਦਾ ਹਾਂ, ਉੱਠ। ਉਹ ਮਰਿਆ ਹੋਇਆ ਜਵਾਨ ਉੱਠ ਕੇ ਬੈਠ ਗਿਆ ਤੇ ਬੋਲਣ ਲੱਗ ਪਿਆ। ਯਿਸੂ ਨੇ ਜਵਾਨ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ। ਇਹ ਦੇਖ ਕੇ ਸਾਰਿਆਂ ਲੋਕਾਂ ਉੱਤੇ ਭੈਸ਼ ਆ ਗਿਆ। ਉਹ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, ਸਾਡੇ ਵਿੱਚ ਇੱਕ ਮਹਾਨ ਨਬੀ ਪੈਦਾ ਹੋਇਆ ਹੈ। ਪਰਮੇਸ਼ਵਰ ਨੇ ਆਪਣੇ ਲੋਕਾਂ ਦੀ ਸੁੱਧ ਲਈ ਹੈ। ਇਸ ਘਟਨਾ ਨਾਲ ਯਿਸੂ ਦੀ ਚਰਚਾ ਸਾਰੇ ਯਹੂਦੀਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਈ। ਦੋ ਚੀਜ਼ਾਂ ਇੱਥੇ ਨੋਟ ਕਰਨ ਵਾਲੀਆਂ। ਉਹ ਬਜ਼ੁਰਗ ਮਾਂ ਉਸ ਕੋਲ ਰੋਂਦੀ ਨਹੀਂ ਦੇਖੀ। ਜਦੋਂ ਉਸਨੇ ਉਸਦੇ ਵੱਲ ਦੇਖਿਆ, ਯਿਸੂ ਦਾ ਮਨ ਦਇਆ ਦੇ ਨਾਲ ਭਰ ਗਿਆ। ਉਸਨੇ ਦੁਆ ਵੀ ਨਹੀਂ ਕੀਤੀ, ਮੰਗਿਆ ਵੀ ਨਹੀਂ ਆ ਕੇ ਯਿਸੂ ਤੋਂ। ਇਹ ਅਜੀਬ ਚੀਜ਼, ਇਹ ਅਜੀਬ ਚੀਜ਼। ਅਸੀਂ ਆਪਣੀ ਜ਼ਿੰਦਗੀ 'ਚ ਕਈ ਵਾਰੀ ਮੰਗਦੇ ਵੀ ਨਹੀਂ, ਦੁਆ ਵੀ ਨਹੀਂ ਕਰਦੇ। ਪਤਾ ਨਹੀਂ ਕਿਹੜੇ ਕੰਮ ਪ੍ਰਭੂ ਕਰੀ ਜਾਂਦਾ ਪਿਆ, ਕਿਹੜੇ ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਕਿ ਸਾਨੂੰ ਕਿਸ ਚੀਜ਼ ਦੀ ਲੋੜ ਆ, ਔਰ ਉਹਦੇ ਅਨੁਸਾਰ ਸਾਡਾ ਪ੍ਰਭੂ ਕਰਦਾ ਪਿਆ। ਕਿਉਂ? ਕਿਉਂਕਿ ਉਸਦਾ ਦਿਲ ਦਿਆਲੂ ਆ, ਉਹ ਦਇਆ ਦੇ ਨਾਲ ਭਰਿਆ ਪਿਆ।
और अपनी दया के कारण उसने उस विधवा दिन गया, उसने जाके अर्थी नूं छुया। अर्थी नूं जिहड़ा बंदा छूंदा वो 7 दिन अपवित्र रहिंदा वचन के अनुसार। लेकिन उत्थे उत्थे जिहड़ी सब तो बड़ी प्रॉब्लम यह आ कि असीं जिहड़े अर्थी नूं छूने आ जाके तां असीं अपवित्र तां ऑलरेडी आ। अपवित्र नूं छूंदा पिया, लेकिन जिसले उस पवित्र ने छुया उसने उस अर्थी नूं भी पवित्र कर दिता। ये देखने वाली चीज है, प्रभु की दया। और उसमें क्या नारो ये है साडे बाप का प्यार साडे नाल। इस तरह प्यार करता सन। लूक दा 7वां भाव उसकी 36 तो 49 आयत। इसे दा 7वां भाव 36 तो 49 फटाफट पढ़ी जाओ। हाँ जी पास्टर जी मैं पढ़ दिनी हाँ। Go ahead मेरी गल। प्रभु यीशु एक पापी औरत ਨੂੰ ਮਾਫ ਕਰਦੇ ਹਨ। ਇੱਕ ਫਰੀਸੀ ਨੇ ਪ੍ਰਭੂ ਯੀਸ਼ੂ ਨੂੰ ਆਪਣੇ ਘਰ ਭੋਜਨ ਉਸ ਦੇ ਘਰ ਗਏ ਅਤੇ ਭੋਜਨ ਕਰਨ ਦੇ ਲਈ ਬੈਠੇ। ਉਸ ਸ਼ਹਿਰ ਵਿੱਚ ਇੱਕ ਪਾਪੀ ਔਰਤ ਰਹਿੰਦੀ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਯੀਸ਼ੂ ਉਸ ਫਰੀਸੀ ਦੇ ਘਰ ਭੋਜਨ ਕਰ ਰਹੇ ਹਨ ਤਾਂ ਉਹ ਸੰਗਮਰਮਰ ਦੀ ਅਤਰਦਾਨੀ ਵਿੱਚ ਅਤਰ ਲੈ ਕੇ ਆਈ। ਉਹ ਯੀਸ਼ੂ ਦੇ ਪਿੱਛੇ ਪੈਰਾਂ ਦੇ ਲਾਗੇ ਹੋ ਕੇ ਰੋਣ ਲੱਗੀ। ਉਹ ਆਪਣੇ ਹੰਝੂਆਂ ਨਾਲ ਯੀਸ਼ੂ ਦੇ ਪੈਰ ਭਿਉਂ ਰਹੀ ਸੀ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝ ਰਹੀ ਸੀ। ਉਹ ਯੀਸ਼ੂ ਦੇ ਪੈਰਾਂ ਨੂੰ ਘੜੀ ਮੁੜੀ ਚੁੰਮ ਰਹੀ ਸੀ ਅਤੇ ਪੈਰਾਂ ਉੱਤੇ ਅਤਰ ਲਾ ਰਹੀ ਸੀ। ਜਦੋਂ ਉਸ ਫਰੀਸੀ ਨੇ ਜਿਸ ਨੇ ਯੀਸ਼ੂ ਨੂੰ ਆਪਣੇ ਘਰ ਸੱਦਾ ਦਿੱਤਾ ਸੀ ਇਹ ਹੁੰਦਾ ਦੇਖਿਆ ਤਾਂ ਉਹ ਆਪਣੇ ਮਨ ਵਿੱਚ ਸੋਚਣ ਲੱਗਾ, ਜੇਕਰ ਇਹ ਆਦਮੀ ਨਬੀ ਹੁੰਦਾ ਤਾਂ ਇਹ ਜਾਣ ਜਾਂਦਾ ਕਿ ਇਹ ਔਰਤ ਜੋ ਇਸ ਨੂੰ ਛੂਹ ਰਹੀ ਹੈ ਕੌਣ ਹੈ, ਅਰਥਾਤ ਇੱਕ ਪਾਪਣ ਹੈ। ਯੀਸ਼ੂ ਨੇ ਉਸ ਫਰੀਸੀ ਨੂੰ ਆਖਿਆ, ਸਮੂਨ, ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ। ਉਸਨੇ ਉੱਤਰ ਦਿੱਤਾ, ਗੁਰੂ ਜੀ ਕਹੋ। ਯੀਸ਼ੂ ਨੇ ਕਿਹਾ, 2 ਆਦਮੀਆਂ ਨੇ ਕਿਸੇ ਸ਼ਾਹੂਕਾਰ ਕੋਲੋਂ ਕਰਜ਼ਾ ਲਿਆ। ਇੱਕ ਨੇ 500 ਰੁਪਏ ਅਤੇ ਦੂਜੇ ਨੇ ਕੇਵਲ 50 ਰੁਪਏ। ਜਦੋਂ ਉਹਨਾਂ ਦੋਹਾਂ ਕੋਲ ਕਰਜ਼ਾ ਚੁੱਕਣ ਲਈ ਕੁਝ ਨਹੀਂ ਸੀ ਤਾਂ ਸ਼ਾਹੂਕਾਰ ਨੇ ਦੋਹਾਂ ਨੂੰ ਮਾਫ ਕਰ ਦਿੱਤਾ। ਦੱਸ ਇਹਨਾਂ ਦੋਹਾਂ ਵਿੱਚੋਂ ਸ਼ਾਹੂਕਾਰ ਨੂੰ ਕੌਣ ਜ਼ਿਆਦਾ ਪਿਆਰ ਕਰੇਗਾ? ਸਮੂਨ ਨੇ ਉੱਤਰ ਦਿੱਤਾ, ਮੈਂ ਸਮਝਦਾ ਹਾਂ ਉਹ ਆਦਮੀ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਗਾ ਜਿਸ ਦਾ ਜ਼ਿਆਦਾ ਮਾਫ ਕੀਤਾ ਗਿਆ। ਯੀਸ਼ੂ ਨੇ ਕਿਹਾ, ਤੂੰ ਠੀਕ ਉੱਤਰ ਦਿੱਤਾ ਹੈ। ਫਿਰ ਯੀਸ਼ੂ ਨੇ ਉਸ ਔਰਤ ਵੱਲ ਇਸ਼ਾਰਾ ਕਰਦੇ ਹੋਏ ਸਮੂਨ ਨੂੰ ਕਿਹਾ, ਕੀ ਤੂੰ ਇਸ ਔਰਤ ਨੂੰ ਦੇਖ ਰਿਹਾ ਹੈ? ਮੈਂ ਤੇਰੇ ਘਰ ਆਇਆ ਹਾਂ, ਤੂੰ ਮੇਰੇ ਪੈਰ ਧੋਣ ਵਾਸਤੇ ਪਾਣੀ ਤੱਕ ਨਾ ਦਿੱਤਾ, ਪਰ ਇਸ ਔਰਤ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਭਿਓਏ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝੇ। ਤੂੰ ਮੇਰੇ ਸਵਾਗਤ ਵਿੱਚ ਮੈਨੂੰ ਚੁੰਮਿਆ ਤੱਕ ਨਹੀਂ, ਪਰ ਇਹ ਔਰਤ ਜਦੋਂ ਤੋਂ ਮੈਂ ਆਇਆ ਹਾਂ ਮੇਰੇ ਪੈਰਾਂ ਨੂੰ ਚੁੰਮ ਰਹੀ ਹੈ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਲਾਇਆ, ਪਰ ਇਸ ਨੇ ਮੇਰੇ ਪੈਰਾਂ ਉੱਤੇ ਅਤਰ ਲਾਇਆ ਹੈ। ਮੈਂ ਤੈਨੂੰ ਦੱਸਦਾ ਹਾਂ ਕਿ ਇਸ ਦਾ ਬਹੁਤ ਪਿਆਰ ਇਹ ਹੀ ਸਿੱਧ ਕਰਦਾ ਹੈ ਕਿ ਇਸ ਦੇ ਬਹੁਤੇ ਪਾਪ ਮਾਫ ਹੋ ਗਏ ਹਨ, ਪਰ ਜਿਸ ਦੇ ਥੋੜੇ ਪਾਪ ਮਾਫ ਹੋਏ ਹਨ ਉਹ ਥੋੜਾ ਪਿਆਰ ਕਰਦਾ ਹੈ। ਯੀਸ਼ੂ ਨੇ ਉਸ ਔਰਤ ਨੂੰ ਕਿਹਾ, ਤੇਰੇ ਪਾਪ ਮਾਫ ਹੋ ਗਏ ਹਨ। ਜਿਹੜੇ ਯੀਸ਼ੂ ਦੇ ਨਾਲ ਭੋਜਨ ਕਰ ਰਹੇ ਸਨ ਆਪੋ ਵਿੱਚ ਕਹਿਣ ਲੱਗੇ, ਇਹ ਕੌਣ ਹੈ ਜੋ ਪਾਪ ਵੀ ਮਾਫ ਕਰਦਾ ਹੈ? ਯੀਸ਼ੂ ਨੇ ਉਸ ਔਰਤ ਨੂੰ ਕਿਹਾ, ਤੇਰੇ ਵਿਸ਼ਵਾਸ ਨੇ ਤੇਰਾ ਬਚਾਓ ਕੀਤਾ ਅਤੇ ਸ਼ਾਂਤੀ ਨਾਲ ਜਾ। ਆਮੀਨ। पापी औरत बेचारी प्रोस्टिट्यूट है उस इलाके की, और उसनों अपने गुनाह का पता। उस इलाके दे विच जिसले असीं पढ़िया सी कि जिसले नाइन दे इलाके दे विच उस बच्चे नूं प्रभु ने जिंदा कर दिता तो सारे इलाके दे विच प्रभु यसू मसीह का पता लगना शुरू हो गया। लोगों ने कहना शुरू करता साडे विच नबी आया। साडी सुर लई, साडी दोबारा प्रभु ने सुर लई आ।
उसने साडे विच नबी घल्लिया। दो जाने हैं, एक फरीसी जिहड़ा अपने आप नूं धर्मी समझदा, और एक औरत आ जिहड़ी पापी आ। सद्दा दिता अपने घर प्रभु ने, ਉਹਦੇ पैर तक नहीं धोते, ਉਹਦੇ हथ तक नहीं धोते, जो उस समय दा एक एक रस्म सी कि जिसले तुसी नबी नूं सददे हैं अपने घर तो तुसी उसके पैर धोने, तुसी उसके हथ धोने, और फिर तुसी उसनूं ईवन तुसी उसनूं पाउण दे लई कपड़ा दिंदे, ਉਹਦੇ सिर दे विच तेल चसदे। और इस दे नाल तुसी एक गैसट नूं उसदा ऑनर दिंदे। उसके घर आया, उसने कुछ नहीं किया, उसने सोच लिया करे कि रोटी तो भुखा है, रोटी इहनूं खा दूं, लेकिन वो औरत उत्थे बिन बुलाए आई है, और यसू वो जानती है कौन, यसू के पैरां वल वो रो रही है, ਉਹਦੇ हंझू डिगदे, ਉਹਨਾਂ ਨੂੰ ਆਪਣੇ ਵਾਲਾਂ ਦੇ ਨਾਲ ਪੂੰਝਦੀ ਪਈ ਹੈ, ਉਹਦੇ ਪੈਰਾਂ ਨੂੰ ਚੁੰਮਦੀ ਪਈ, ਉਹਦੇ ਪੈਰਾਂ ਤੇ ਪਰਫਿਊਮ ਲਾਉਂਦੀ ਪਈ ਹੈ, ਅਤਰ ਲਾਉਂਦੀ, ਕਿਉਂਕਿ ਉਸ ਨੂੰ ਪਤਾ ਮੈਂ ਕੌਣ, ਔਰ ਉਸ ਨੂੰ ਇਹ ਵੀ ਪਤਾ ਇਹ ਕੌਣ, ਔਰ ਉਹ ਬੰਦਾ ਜਿਸ ਦੇ ਘਰ ਆਇਆ ਉਹ ਕਹਿ ਰਿਹਾ ਸੱਚਮੁੱਚ ਅਗਰ ਇਹ ਨਬੀ ਹੁੰਦਾ ਤੇ ਇਸ ਨੂੰ ਪਤਾ ਲੱਗ ਜਾਣਾ ਸੀ ਔਰਤ ਕਿੱਦਾਂ। ਸੋ ਉਸਨੇ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਪ੍ਰਭੂ ਯਿਸੂ ਮਸੀਹ ਦਾ ਹਿਸਾਬ ਕਿਤਾਬ ਲਾ ਲਿਆ ਕਿ ਇਹ ਆਪਣੀ ਜੱਜਮੈਂਟ ਉਸਨੇ ਪੇਸ਼ ਕਰਤੀ ਕਿ ਨਬੀ ਨੇ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਬੈਠਾ ਕੌਣ। ਇਹ ਗੱਲ ਉਸਨੇ ਮਨ ਦੇ ਵਿੱਚ ਸੋਚੀ, ਕਹੀ ਨਹੀਂ। और देखो इत्थे हो की रहा, यसू ने उसनूं जवाब किया कि शमौन तू ये की सोच रहा, मैनूं हुण तेरे लिए कुछ कहना, तुसीं मेरे मन दे विचारां नूं सिर्फ दो ही जानदे आ, जां मैं जानदा जां मेरा प्रभु जानदा। और उसने दस दिता कि मैं नबी नहीं, मैं तेरे घर प्रभु बैठा, परमेश्वर आके बैठा है, और तू मेरा इदां दा स्वागत किया। और ये हाल देख, करजाई तू भी आ, पाप तेरे भी आ, क्योंकि तेरे पाप थोड़े है और तेरे चिट्टे कपड़ियां च ढक होए हो, पर ये पाप सारी दुनिया देखती पई है। सो हुण इसनूं कुछ मिलेगा, तैनूं कुछ नहीं मिलेगा। यसू ने उसनूं कहा कि जा तेरे पाप माफ होए। हुण सवाल उठदा पिया, क्योंकि परमेश्वर तो अलावा होर कोई ये गल कह नहीं सकता, परमेश्वर तो अलावा कोई किसी दे पाप माफ नहीं कर सकता। जिसले प्रभु यसू मसीह ने यह चीज कही आ ते उसने क्या तेरे पाप माफ हो गए हैं, ते हुण उत्थे हड़दंग मचिया कि ये पाप माफ करने वाला कौन हुंदा है। यसू ने उन्हां नाल कोई ध्यान नहीं दिता, उन्हां 50 रुपए वालियां नाल कोई ध्यान नहीं दिता, पर जिसदा ਜਿਹੜੀ ਪਾਪਾਂ ਦੇ ਨਾਲ ਕਰਜਾਈ ਹੋਈ ਪਈ ਹੈ, ਯਿਸੂ ਨੇ ਉਸ ਔਰਤ ਨੂੰ ਕਿਹਾ ਤੇਰੇ ਵਿਸ਼ਵਾਸ ਨੇ ਤੇਰਾ ਬਚਾਓ ਕੀਤਾ ਹੈ, ਸ਼ਾਂਤੀ ਦੇ ਨਾਲ ਜਾ। ਜਿਨ੍ਹਾਂ ਨੂੰ ਇੱਕ
फरीसी तक ही, फरीसी दा चेला भी अपने घर दे अंदर बढ़न नहीं दिंदा पिया। प्रभु उन्हां दे पाप माफ करता है, क्योंकि प्रभु यीशु मसीह आए इस लिए से, और ये साडे बाप दा प्यार है साडे नाल। ये बाप दा प्यार है अपने बच्चों दे नाल। और आओ असीं इसे दा ही लूक दा 9वां भाव, इसे दा ही 9वां भाव, मैं लागे लागे आयतां चुनियां क्योंकि फिर बहुत दूर फिर जाण दे नाल 9वां भाव 51 तो लैके इसकी 56 आयत तक देखांगे। ਸਾਮਰੀਆ ਦੇ ਇੱਕ ਪਿੰਡ ਵਿੱਚ ਪ੍ਰਭੂ ਯੀਸ਼ੂ ਦਾ ਰੱਦਿਆ ਜਾਣਾ। ਜਦੋਂ ਯੀਸ਼ੂ ਨੇ ਸਵਰਗ ਵਿੱਚ ਉਠਾਏ ਜਾਣ ਦੇ ਦਿਨ ਲਾਗੇ ਆਏ ਤਾਂ ਉਹਨਾਂ ਨੇ ਯਰੂਸ਼ਲਮ ਨਗਰ ਨੂੰ ਜਾਣ ਦਾ ਪੱਕਾ ਇਰਾਦਾ ਕੀਤਾ ਅਤੇ ਉਸ ਵੱਲ ਚੱਲ ਪਏ। ਯੀਸ਼ੂ ਨੇ ਆਪਣੇ ਅੱਗੇ ਪਹਿਲਾਂ ਆਪਣੇ ਦੂਤਾਂ ਨੂੰ ਘੱਲਿਆ। ਉਹ ਸਾਮਰੀਆ ਦੇ ਇੱਕ ਪਿੰਡ ਵਿੱਚ ਗਏ ਕਿ ਯੀਸ਼ੂ ਦੇ ਠਹਿਰਨ ਲਈ ਥਾਂ ਤਿਆਰ ਕਰਨ। ਪਰ ਉਸ ਪਿੰਡ ਦੇ ਲੋਕਾਂ ਨੇ ਯੀਸ਼ੂ ਦਾ ਸਵਾਗਤ ਨਾ ਕੀਤਾ, ਕਿਉਂਕਿ ਯੀਸ਼ੂ ਯਰੂਸ਼ਲਮ ਨਗਰ ਨੂੰ ਜਾ ਰਹੇ ਸਨ। ਇਹ ਦੇਖ ਕੇ ਯੀਸ਼ੂ ਦੇ ਚੇਲਿਆਂ ਯਾਕੂਬ ਅਤੇ ਯੋਹੰਨਾ ਨੇ ਯੀਸ਼ੂ ਨੂੰ ਕਿਹਾ, ਪ੍ਰਭੂ ਜੀ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਗਿਆ ਦੇਈਏ ਕਿ ਆਕਾਸ਼ ਤੋਂ ਅੱਗ ਬਰੇ ਅਤੇ ਸਾਮਰੀ ਲੋਕਾਂ ਨੂੰ ਭਸਮ ਕਰ ਦੇਵੇ? ਇਸ ਉੱਤੇ ਯੀਸ਼ੂ ਨੇ ਪਿੱਛੇ ਮੁੜ ਕੇ ਚੇਲਿਆਂ ਨੂੰ ਝਿੜਕਿਆ ਤੇ ਉਹਨਾਂ ਨੂੰ ਕਿਹਾ, ਕੀ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਡੇ ਵਿੱਚ ਕਿਸ ਤਰ੍ਹਾਂ ਦਾ ਆਤਮਾ ਹੈ? ਮਨੁੱਖ ਦਾ ਪੁੱਤਰ ਲੋਕਾਂ ਦੇ ਜੀਵਨ ਨਾਸ਼ ਕਰਨ ਨਹੀਂ, ਬਲਕਿ ਉਹਨਾਂ ਨੂੰ ਬਚਾਉਣ ਦੇ ਲਈ ਆਇਆ ਹਾਂ। ਇਸ ਦੇ ਮਗਰੋਂ ਉਹ ਦੂਜੇ ਪਿੰਡ ਵੱਲ ਚਲੇ ਗਏ। ਆਮੀਨ। कितना कुछ यीशु मसीह झल सकते सी। सहन शक्ति, सहन शक्ति, जिस दे एक शब्द कहण दे उत्ते ये सारी धरती और आसमान जो असी देख सकते हैं पेपर वांगू लपेट होके खत्म हो सकता। जो सारी धरती नूं बनाउण वाला, जो सारे सारे जो साडियां अखां देखदियां जां नहीं देखदियां, उन्हां सारियां चीजां नूं बनाउण वाला और उसकी बेइज्जती हो रही और उसनूं ये कहा जा रहा कि साडे पिंड दे विच तेरे लिए कोई जगह नहीं, तू इत्थों चला जा क्योंकि तू यरूशलेम नूं जा रहा और साडी उन्हां नाल बनदी। और साडी सहनशीलता देखो, वो दो चेलियां दे विच और दोवां चेलियां दे पैरां दी जिहड़ी जुत्ती है उस दे विच खड़े होके देखो कि उन्हां दी सहनशीलता किदां दी होगी। वो सारे सारे गुस्से दे नाल भरे पए है। जे तू कहीं तां असीं प्रार्थना करिए तां स्वर्ग तो अग बराइए इन्हां लोकां ते। लेकिन इत्थे असीं एक चीज देखते हैं कि प्रभु उन्हां लोकां नूं भी कितना प्यार करदा जिन्हां ने हाले उसनूं जाणिया नहीं। नाश असीं होवांगे अपने हठ दे करके, अपने कमंड दे करके कि नहीं असीं जिथे हैगे आ ठीक आ और नहीं सानू मुक्ति की कोई लोड़ नहीं। ਉਹਦੇ ਕਰਕੇ ਅਸੀਂ ਨਾਸ਼ ਹੋਵਾਂਗੇ। ਸਾਡਾ ਆਪਣਾ ਹੱਥ ਸਾਡਾ ਨਾਸ਼ ਕਰੇਗਾ, ਅਸੀਂ ਆਪ ਆਪਣਾ ਨਾਸ਼ ਕਰਾਂਗੇ। ਪ੍ਰਭੂ ਨਾਸ਼ ਕਰਨ ਨਹੀਂ ਆਇਆ, ਤਾਂ ਬਚਾਉਣ ਆਇਆ ਔਰ ਪਾਪੀਆਂ ਨੂੰ ਬਚਾਉਣ ਆਇਆ। ਉਹ ਔਰਤ ਜਿਹੜੀ ਸੀ ਉਹਦੇ ਵਰਗਿਆਂ ਨੂੰ ਬਚਾਉਣ ਆਇਆ ਸੀ। ਉਹ ਮਾਂ ਜਿਹੜੀ ਰੋਂਦੀ ਪਈ ਹੈ, ਉਸਦੇ ਪੁੱਤਰ ਨੂੰ ਜਗਾਇਆ ਵੀ, ਜਿਨ੍ਹਾਂ ਨੇ ਅਰਥੀ ਚੁੱਕੀ ਹੋਆ ਉਹਨਾਂ ਨੇ ਵੀ ਦੇਖਿਆ, ਜੋ ਪਿੱਛੇ ਅੰਦਰ रो रहे ਆ ਉਹਨਾਂ ਨੇ ਵੀ ਦੇਖਿਆ। ਪ੍ਰਭੂ ਤਾਂ ਬਚਾਉਣ ਆਇਆ, ਜਗਾਉਣ ਆਇਆ, ਨਵਾਂ ਜੀਵਨ ਦੇਣਾ, ਮਰਨ ਤੋਂ ਆਇਆ। और ये जिहड़ा समा जिस दे विच असीं जी रहे हैं, इसनूं दया दा समा किहा जांदा है, ग्रेस दा समा किहा जांदा है, किरपा दा समा किहा जांदा है।
ਔਰ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਪ੍ਰਭੂ ਦੇ ਖਿਲਾਫ ਇੰਨੀਆਂ ਚੀਜ਼ਾਂ ਬੋਲਦੇ ਆ। ਦੁਨੀਆ 'ਚ ਇੱਕੋ ਹੀ ਕਿਤਾਬ ਆ ਜਿਹੜੀ ਤਲਵਾਰ ਦੇ ਨਾਲ ਨਹੀਂ ਬਚਾਈ ਜਾਂਦੀ। ਚਾਹੇ ਕੋਈ ਪਾੜ ਕੇ ਸੁੱਟ ਦੇਵੇ, ਚਾਹੇ ਕੋਈ ਅੱਗ ਲਾ ਦੇਵੇ, ਤਲਵਾਰਾਂ ਨਹੀਂ ਚਲਾਈਆਂ ਜਾਂਦੀਆਂ। ਇਹ ਇੱਕੋ ਹੀ ਕਿਤਾਬ ਆ ਜਿਹੜੀ ਪ੍ਰਭੂ ਦਾ ਆਤਮਾ ਇਸ ਨੂੰ ਆਪ ਬਚਾਉਂਦਾ। ਰਸ਼ੀਆ ਦੇ ਵਿੱਚ ਉਹਨਾਂ ਨੇ ਸਾਰੀਆਂ ਬਾਈਬਲਾਂ ਇਕੱਠੀਆਂ ਕਰਕੇ ਅੱਗ ਲਾਤੀ ਸੀ। ਅੱਜ ਦੇ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਬਾਈਬਲ ਛਪ ਰਹੀ ਆ ਉਹ ਰਸ਼ੀਅਨ ਲੈਂਗੁਏਜ ਦੇ ਵਿੱਚ ਛਪ ਰਹੀ। ਜਿਸ ਲਈ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਕੋਈ ਮਦਦ ਕਰੀਏ, ਕਹਿੰਦੇ ਮਦਦ ਦੀ ਕੋਈ ਲੋੜ ਨਹੀਂ, ਸਾਨੂੰ ਬਾਈਬਲਾਂ ਹੋਰ ਪੜ੍ਹੋ। We need more Bibles. ਉਹਨਾਂ ਦਾ ਜਵਾਬ ਅੱਗੇ ਇਹ ਹੁੰਦਾ। ਔਰ ਇਹ ਪ੍ਰਭੂ ਦੀ ਇੱਕ ਐਸੀ ਕਿਰਪਾ ਹੈ, ਐਸੀ ਦਇਆ ਜਦ ਇਨਸਾਨ ਦੇ ਉੱਤੇ ਹੁੰਦੀ ਤਾਂ ਪ੍ਰਭੂ ਦਾ ਸ਼ਬਦ ਉਹਦੇ ਹੱਥਾਂ 'ਚ ਜਾਂਦਾ, ਜਿਉਂਦਾ ਸ਼ਬਦ। ਔਰ ਪ੍ਰਭੂ ਇੱਥੇ ਅੱਗ ਬਰਾਉਣ ਨਹੀਂ ਆਏ, ਬਚਾਉਣ ਆਏ, ਬਚਾਉਣ ਆਏ। ਔਰ ਇਹੋ ਹੀ ਆਤਮਾ ਸਾਡੇ ਅੰਦਰ, ਬੱਚਿਆਂ ਦੇ ਅੰਦਰ ਹੋਣਾ ਚਾਹੀਦਾ। ਇੱਕ ਹਿੱਸਾ ਹੋਰ ਦੇਖਾਂਗੇ, ਫਿਰ ਅਸੀਂ ਥੋੜਾ ਜਿਹਾ ਫਿਰ ਇਸ ਨੂੰ ਸਾਰੇ ਨੂੰ ਕੰਕਲੂਡ ਕਰਾਂਗੇ। ਮੱਤੀ ਦਾ 8ਵਾਂ ਭਾਗ, ਉਸ ਦੀ 1 ਤੋਂ ਲੈ ਕੇ 4 ਆਇਤ ਤੱਕ ਬਹੁਤ ਹੀ ਪਿਆਰਾ ਹਿੱਸਾ। ਮੱਤੀ ਦਾ 8ਵਾਂ ਭਾਗ, ਪੰਨਾ 13 और 1 ਤੋਂ 4। मैं पढ़ दूं पास्टर जी? हाँ जी, जब वह उस पहाड़ से उतरा तो एक बड़ी भीड़ उसके पीछे हो ली, और देखो एक कोढ़ी ने पास आकर उससे प्रणाम किया और कहा, हे प्रभु, यदि तू चाहे तो मुझे शुद्ध कर सकता है। यीशु ने हाथ बढ़ाकर उसे छुआ और कहा, मैं चाहता हूँ, तू शुद्ध हो जा। और वह तुरंत कोढ़ से शुद्ध हो गया। यीशु ने उससे कहा, देख, किसी से ना कहना, परंतु जाकर अपने आप को याजक को दिखा और जो चढ़ावा मूसा ने ठहराया है उससे चढ़ा, ताकि लोगों के लिए गवाही हो। जब वह कफरनहूम में आया, बस ਇੱਥੇ ਤੱਕ, ओके, 1 ਤੋਂ ਲੈ ਕੇ 4 ਆਇਤ। ਔਰ ਇੱਥੇ ਅਸੀਂ ਪ੍ਰਭੂ ਦਾ ਕੰਪੈਸ਼ਨ, ਦਰਦ ਦੇਖਾਂਗੇ ਜਿਹੜਾ ਉਹਦੇ ਅੰਦਰ। ਪ੍ਰਭੂ ਯਿਸੂ ਮਸੀਹ ਪਹਾੜੀ ਉਪਦੇਸ਼ ਦੇ ਕੇ ਥੱਲੇ ਆਏ ਆ। ਲੱਖਾਂ ਲੋਕ ਉੱਥੇ, ਹਜ਼ਾਰਾਂ ਲੋਕ ਉਹਨਾਂ ਨੂੰ ਸੁਣਦੇ ਪਏ ਆਲੇ ਦੁਆਲੇ ਬੈਠ ਕੇ। ਔਰ ਉਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਭੂ ਨੇ ਸਿੱਖਿਆ ਦਿੱਤੀ ਆ, ਉਹ ਅਗਰ ਅਸੀਂ ਦੇਖੀਏ ਤਾਂ ਪ੍ਰਭੂ ਨੇ ਕੋਈ ਸਿੱਖਿਆ ਆਮ ਨਬੀਆਂ ਦੇ ਬਾਰੇ ਨਹੀਂ ਦਿੱਤੀ। ਯਿਸੂ ਨੇ ਹਰੇਕ ਸਿੱਖਿਆ ਦਿੱਤੀ ਕਿ ਮੈਂ ਕਹਿੰਦਾ ਹਾਂ। ਇਹ ਕਹਿਣ ਦਾ ਹੱਕ ਸਿਰਫ ਪਰਮੇਸ਼ਰ ਨੂੰ। ਜਿਹੜੇ ਸਿੱਖਿਆ ਦੇ ਰਿਹਾ ਬੰਦਾ ਤੇ ਉਹ ਕਹਿ ਰਿਹਾ ਕਿ ਮੈਂ ਕਹਿੰਦਾ ਹਾਂ, ਤੁਹਾਨੂੰ ਇਸ ਤਰ੍ਹਾਂ ਦੱਸਿਆ ਗਿਆ ਸੀ, ਪਰ ਤੁਹਾਨੂੰ ਮੈਂ ਕਹਿੰਦਾ ਹਾਂ। ਚੈਪਟਰ 5, 6, 7 ਜ਼ਰੂਰ ਪੜ੍ਹਿਓ, ਇਸ ਬੜੀ ਬਰਕਤ ਮਿਲੇ। ਔਰ ਅਖੀਰ ਦੇ ਵਿੱਚ ਇਹ ਲੋਕ ਜਿਨ੍ਹਾਂ ਨੂੰ ਸਿੱਖਿਆ ਦਿੱਤੀ ਹੈ, ਜਿਨ੍ਹਾਂ ਨੇ ਸੁਣਿਆ ਯਿਸੂ, ਉਸ ਦੀ ਸਿੱਖਿਆ ਦੇਣ ਤੋਂ ਬੜੇ ਹੈਰਾਨ ਸੀ। ਜਿਸ ਤਰ੍ਹਾਂ ਕਿ ਉਸਨੇ ਕਿਹਾ, ਮੈਂ ਤੇਰੇ ਪਾਪ ਮਾਫ ਹੋਏ, ਤੇ ਲੋਕ ਬਹੁਤ ਹੈਰਾਨ ਸੀ, ਇਹ ਪਾਪ ਕਿੱਦਾਂ ਮਾਫ ਕਰਦਾ। ਯਸਾਇਆ ਵਰਗੇ ਨਬੀ ਵੀ ਜਿਸ ਲਈ ਕਹਿੰਦੇ ਸੀਗੇ ਨਾ, ਬੋਲਦੇ ਸੀ, ਉਹ ਕਹਿੰਦੇ ਸੀ 10 ਸੱਦ ਲਓ। ਪ੍ਰਭੂ ਨੇ ਇਹ ਕਿਹਾ, ਉਹਨਾਂ ਨੇ ਕਦੀ ਨਹੀਂ ਕਿਹਾ ਸੀ ਮੈਂ ਇਹ ਕਰੂੰਗਾ। ਇੰਨੇ ਹੱਕ ਦੇ ਨਾਲ ਕਦੀ ਨਹੀਂ ਸੀ ਕਿਹਾ। ਇਹ ਸਾਡਾ ਬਾਪ ਪੁੱਤਰ ਦੇ ਵਿੱਚ ਇਸ ਧਰਤੀ ਤੇ ਆਇਆ, ਉਹ ਕਹਿ ਰਿਹਾ। ਔਰ ਦੇਖੋ, ਜਦੋਂ ਯਿਸੂ ਨੇ ਆਪਣੀਆਂ, ਮੈਂ 28ਵੀਂ ਆਇਤ ਲੱਗਾ ਪੜ੍ਹਨ ਇਸ ਦੇ 7ਵੇਂ ਭਾਗ ਦੀ। ਜਦੋਂ ਯਿਸੂ ਨੇ ਆਪਣੀਆਂ ਸਿੱਖਿਆਵਾਂ ਖਤਮ ਕਰ ਚੁੱਕੇ ਤਾਂ ਲੋਕੀ ਉਹਨਾਂ ਦੀਆਂ ਸਿੱਖਿਆਵਾਂ ਦੇਣ ਦੇ ਢੰਗ ਤੋਂ ਬਹੁਤ ਹੈਰਾਨ ਹੋਏ। ਉਹ ਲੋਕਾਂ ਨੂੰ ਧਰਮ ਗ੍ਰੰਥੀਆਂ ਦੇ ਵਾਂਗੂ ਸਿੱਖਿਆ ਨਹੀਂ ਦਿੰਦੇ ਸਨ।
ਸਗੋਂ ਪੂਰੇ ਅਧਿਕਾਰ ਦੇ ਨਾਲ ਸਿੱਖਿਆ ਦਿੰਦੇ ਸਨ। ਸੋ ਇਹ ਮੈਂ ਤੁਹਾਨੂੰ ਥੋੜੀ ਜਿਹੀ ਚੰਗਾੜੀ ਲਾਈ ਹੈ। 5ਵੇਂ 6ਵੇਂ 7ਵੇਂ ਚੈਪਟਰ ਚ ਪ੍ਰਭੂ ਨੇ ਕੀ ਕਹਿਤਾ, ਜਿਹੜੇ ਸੁਣਨ ਵਾਲੇ ਕਹਿੰਦੇ ਕਿ ਧਰਮ ਗ੍ਰੰਥੀ ਅਸੀਂ ਤਾਂ ਸਾਰੀ ਉਮਰ ਤੋਂ ਲੈ ਕੇ ਸਾਡੇ ਗ੍ਰੰਥੀਆਂ ਤੋਂ ਸੁਣਦੇ ਰਹੇ, ਪਰ ਉਹ ਏਦਾਂ ਦੀ ਸਿੱਖਿਆ ਦਿੰਦੇ। ਇਹ ਕੁਛ ਅਲੱਗ, ਇਹ ਤਾਂ ਅਧਿਕਾਰ ਦੇ ਨਾਲ ਸਿੱਖਿਆ ਦੇ। ਜਿਸ ਲਈ ਉਹ ਥੱਲੇ ਆਏ ਆ ਤਾਂ ਲੋਕਾਂ ਦੇ ਵਿੱਚ ਵਾਹ ਲੈਣ ਨਹੀਂ ਗਏ। ਉਹਨਾਂ ਨੂੰ ਪਤਾ ਕਿ ਥੱਲੇ ਮੇਰੀ ਕੋਈ ਉਡੀਕ ਕਰ ਰਿਹਾ, ਮੇਰਾ ਉਹ ਬੰਦਾ ਉਡੀਕ ਕਰ ਰਿਹਾ ਜਿਸ ਨੂੰ ਇਹਨਾਂ ਲੋਕਾਂ ਨੇ ਇੱਥੇ ਵੜਨ ਵੀ ਨਹੀਂ ਦਿੱਤਾ। ਔਰ ਯਿਸੂ ਸਿੱਧੇ ਉਹਦੇ ਵੱਲ ਗਏ। ਔਰ ਉਸਨੇ ਕਿਹਾ ਕਹਿੰਦਾ, ਇਸ ਦੇ ਪਿੱਛੋਂ ਯਿਸੂ ਪਹਾੜ ਤੋਂ ਉੱਤਰ ਕੇ ਥੱਲੇ ਆਏ ਤੇ ਉਹਨਾਂ ਦੇ ਪਿੱਛੇ ਬਹੁਤ ਸਾਰੇ ਲੋਕੀ ਵੀ ਸਨ। ਉਸ ਸਮੇਂ ਉਹਨਾਂ ਦੇ ਕੋਲ ਇੱਕ ਕੋੜੀ ਆਇਆ। ਉਸਨੇ ਯਿਸੂ ਦੇ ਪੈਰੀਂ ਪੈ ਕੇ ਬੇਨਤੀ ਕੀਤੀ, ਪ੍ਰਭੂ ਜੀ ਜੇਕਰ ਤੁਸੀਂ ਚਾਹੋ ਤਾਂ ਮੈਂ ਚੰਗਾ ਹੋ ਸਕਦਾ। ਜੇ ਤੂੰ ਚਾਹੇ ਤਾਂ ਮੈਂ ਚੰਗਾ ਹੋ ਸਕਦਾ। ਯਿਸੂ ਨੇ ਕੀ ਕਿਹਾ? ਯਿਸੂ ਨੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ। ਉਹ ਲੋਕ ਜਿਹੜੇ ਪਿੱਛੇ ਆ ਰਹੇ ਆ, ਇਸ ਕੋੜੀ ਨੂੰ ਛੂਹਣਾ ਤਾਂ ਕੀ ਆ, ਇਸ ਨੂੰ ਰੋਟੀ ਏਦਾਂ ਦਿੰਦੇ ਸੀ ਜਿੱਦਾਂ ਕੁੱਤੇ ਨੂੰ ਪਾਈ। ਨੀਵੇਂ ਥਾਂ, ਕਿਉਂਕਿ ਬਹੁਤ ਪਹਾੜੀ ਇਲਾਕਾ, ਉਹ ਨੀਵੇਂ ਥਾਂ ਦੇ ਵਿੱਚ ਇਹ ਵਿਚਾਰੇ ਉੱਥੇ ਗੁਫਾਵਾਂ ਦੇ ਵਿੱਚ ਸਾਰੇ ਕੋੜੀ ਰਹਿੰਦੇ ਹੁੰਦੇ ਸੀ, ਤੇ ਬਚਿਆ ਖਾਣਾ ਜਾ ਕੇ ਤਾਂ ਇੱਕ ਜਗ੍ਹਾ ਤੇ ਰੱਖ ਦਿੰਦੇ ਸੀਗੇ, ਤਾਂ ਫਿਰ ਆਪ ਵਾਪਸ ਆ ਕੇ ਘਰ ਆ ਕੇ ਨਹਾਉਂਦੇ ਸੀ। ਲੇਕਿਨ ਇਹ ਯਿਸੂ ਨੇ ਉਸਨੇ ਜਿਸ ਦਾ ਕਿਹਾ ਤੇ ਯਿਸੂ ਨੇ ਉਸ ਤੇ ਵੱਧ ਪਲ ਕੇ ਉਸ ਨੂੰ ਛੁਇਆ। Think about it. ਸਵਰਗ ਔਰ ਧਰਤੀ ਦਾ ਮਾਲਕ ਕੋੜੀ ਨੂੰ ਛੂ ਰਿਹਾ। ਇਹ ਹੈ ਸਾਡੇ ਪ੍ਰਭੂ ਦਾ ਦਿਲ, ਇਹ ਹੈ ਸਾਡੇ ਬਾਪ ਦਾ ਦਿਲ, ਜਿਸ ਦੇ ਬਾਰੇ ਅਸੀਂ ਸਿੱਖਦੇ ਹੋਏ। ਇੰਨਾ ਪਿਆਰਾ ਹੈ ਸਾਡਾ ਬਾਪ। ਇਹ ਹੈ ਸਾਡੇ ਬਾਪ ਦੇ ਗੁਣ। ਇੱਕ ਆਇਤ ਹੋਰ ਦੇਖਾਂਗੇ, ਫਿਰ ਅੱਜ ਖਤਮ ਕਰਾਂਗੇ। ਮੇਰੇ ਨਾਲ ਯਹੂਨਾ ਦੇ ਵਿੱਚ ਆ ਜਾਓ, ਉਸ ਦਾ 14ਵਾਂ ਭਾਗ ਔਰ ਉਸ ਦੀ 8 ਤੋਂ 11। And then we are done. ਯਹੂਨਾ ਦਾ 14ਵਾਂ ਭਾਗ ਮੈਂ ਪੜ੍ਹਦੇ ਹਾਂ ਪਾਸਟਰ ਜੀ। ਹਾਂਜੀ, ਉਸ ਦੀ 8 ਤੋਂ ਲੈ ਕੇ 11 ਆਇਤ ਤੱਕ। ਓਕੇ ਜੀ, 192 ਪੇਜ। 14 ਤੱਕ ਪੜ੍ਹ ਦਿਓ ਕੋਈ। 192 ਪੰਨਾ ਯਹੂਨਾ ਦਾ 14ਵਾਂ ਭਾਗ 8 ਤੋਂ ਲੈ ਕੇ 14 ਤੱਕ ਪੜ੍ਹ ਦਿਓ ਤੁਸੀਂ। ਫਿਲਿਪਸ ਨੇ ਉਹਨਾਂ ਨੂੰ ਕਿਹਾ, ਪ੍ਰਭੂ ਜੀ ਸਾਨੂੰ ਪਿਤਾ ਦੇ ਦਰਸ਼ਨ ਕਰਵਾ ਦਿਓ, ਸਾਡੇ ਲਈ ਇਹੀ ਬਹੁਤ ਹੈ। ਯਿਸੂ ਨੇ ਉਸ ਨੂੰ ਕਿਹਾ, ਫਿਲਿਪਸ ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ, ਫਿਰ ਵੀ ਤੁਸੀਂ ਮੈਨੂੰ ਨਹੀਂ ਜਾਣਿਆ? ਜਿਸ ਨੇ ਮੇਰੇ ਦਰਸ਼ਨ ਕੀਤੇ ਹਨ ਉਸਨੇ ਪਿਤਾ ਦੇ ਦਰਸ਼ਨ ਕੀਤੇ ਹਨ। ਤੂੰ ਕਿਸ ਤਰ੍ਹਾਂ ਕਹਿੰਦਾ ਹੈ ਸਾਨੂੰ ਪਿਤਾ ਦੇ ਦਰਸ਼ਨ ਕਰਵਾਓ? ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ? ਇਹ ਵਚਨ ਜਿਹੜੇ ਮੈਂ ਤੁਹਾਨੂੰ ਕਹੇ ਹਨ, ਇਹ ਮੈਂ ਆਪਣੇ ਵੱਲੋਂ ਨਹੀਂ ਕਹੇ ਹਨ, ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ, ਨਹੀਂ ਤਾਂ ਇਹਨਾਂ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ। ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਮੇਰੇ ਉੱਤੇ ਵਿਸ਼ਵਾਸ ਕਰਨ ਵਾਲੇ ਇਹ ਕੰਮ ਕਰਨਗੇ ਜਿਹੜੇ ਮੈਂ ਕਰ ਰਿਹਾ ਹਾਂ, ਸਗੋਂ ਇਹਨਾਂ ਤੋਂ ਵੀ ਵੱਡੇ ਕੰਮ ਕਰਨਗੇ। ਜੋ ਤੁਸੀਂ ਮੇਰਾ ਨਾਂ ਲੈ ਕੇ ਮੰਗੋਗੇ ਮੈਂ ਉਹ ਕਰਾਂਗਾ, ਜਿਸ ਨਾਲ ਮੇਰੇ ਵਿੱਚ ਪਿਤਾ ਦੀ ਵਡਿਆਈ ਹੋਵੇ। ਜੇਕਰ ਤੁਸੀਂ ਮੇਰਾ ਨਾਂ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ। ਆਮੀਨ। ਮੈਂ ਉਹ ਕਰਾਂਗਾ। ਆਮੀਨ। ਕੌਣ ਕੰਮ ਕਰਦਾ ਪਿਆ? ਬਾਪ ਬੇਟੇ ਦੇ ਵਿੱਚ ਹੋ ਕੇ ਕੰਮ ਕਰਦਾ। ਬਾਪ ਬੇਟੇ ਦੇ ਵਿੱਚ ਧਰਤੀ ਤੇ ਆਇਆ ਔਰ ਬਾਪ ਆਪਣੇ ਗੁਣ ਸਾਨੂੰ ਦਿਖਾ ਰਿਹਾ ਕਿ ਮੈਂ ਕੌਣ ਹਾਂ। ਬਾਪ
ਉਹ ਉੱਤੇ ਬੈਠ ਕੇ ਫਸਟ ਹੈਵਨ ਉੱਤੇ ਜਿਹੜਾ ਹੈਵਨ ਦੇ ਵਿੱਚ ਬੈਠ ਕੇ ਥਰਡ ਹੈਵਨ ਦੇ ਵਿੱਚ ਬੈਠ ਕੇ ਗੱਦੀ ਤੇ ਬੈਠ ਕੇ ਤਾਂ ਸਾਨੂੰ ਇਹ ਸਿੱਖਿਆਵਾਂ ਨਹੀਂ ਦਿੰਦਾ ਪਿਆ ਕਿ ਤੁਹਾਨੂੰ ਏਦਾਂ ਕਰਨੀ ਚਾਹੀਦੀ। ਉਹ ਆਪ ਉਹ ਸਾਰੇ ਕੰਮ ਕਰ ਰਿਹਾ। ਉਹ ਦਿਖਾ ਰਿਹਾ ਕਿ ਬਾਪ ਕਿੱਦਾਂ ਦਾ ਹੁੰਦਾ। ਬਾਪ ਦੇ ਵਿੱਚ ਕਿੰਨੀ ਦਇਆ ਹੁੰਦੀ ਹੈ, ਕਿੰਨੀ ਕਿਰਪਾ, ਕਿੰਨੀ ਸ਼ਾਂਤੀ, ਧੀਰਜਵਾਨ, ਪਿਆਰ ਤੇ ਸੱਚਾਈ ਨਾਲ ਕਿੱਦਾਂ ਭਰਿਆ ਪਿਆ, ਮਾਫ ਕਰਨ ਵਾਲਾ, ਔਰ ਕੋੜੀ ਨੂੰ ਵੀ ਦਿਲ ਦੇ ਨਾਲ। ਕੱਲ ਨੂੰ ਅਸੀਂ ਇਸ ਨੂੰ ਕੰਟੀਨਿਊ ਰੱਖਾਂਗੇ, ਅਸੀਂ ਥੋੜੇ ਜਿਹਾ ਹੋਰ ਸੇ ਦੇਖਾਂਗੇ ਜਿਸ ਦੇ ਨਾਲ ਸਾਡੇ ਬਾਪ ਦੀ ਛਵੀ ਜਿਹੜੀ ਆ ਉਹ ਸਾਡੇ ਲਈ ਬਣ ਜਾਏਗੀ ਕਿ ਅਸੀਂ ਕਿਹੜੇ ਪ੍ਰਭੂ ਦੇ ਕੋਲ ਆਏ। ਯਿਸੂ ਕਹਿੰਦਾ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰ ਰਿਹਾ, ਉਹ ਧਰਤੀ ਤੇ ਆ, ਮੈਨੂੰ ਦੇਖ, ਮੈਂ ਉਹ ਹੋਈ, ਮੇਰੇ ਕੰਮਾਂ ਨੂੰ ਦੇਖ ਜਿਹੜੇ ਹੋ ਰਹੇ। ਪਿਛਲੇ 400 ਸਾਲ ਜਿਹੜਾ ਇਸ ਤੋਂ ਪਹਿਲਾਂ ਨਵੇਂ ਨਿਯਮ ਤੇ ਪੁਰਾਣੇ ਨਿਯਮ ਦੇ ਵਿੱਚ 400 ਸਾਲ ਦਾ ਵਕਫਾ, ਉਸਨੂੰ ਕਿਹਾ ਜਾਂਦਾ ਕਿ ਉਹਦੇ ਵਿੱਚ ਪ੍ਰਭੂ ਦਾ ਕੋਈ ਵਚਨ ਨਹੀਂ ਆਇਆ। ਔਰ ਉਸ ਤੋਂ ਬਾਅਦ ਪ੍ਰਭੂ ਆਪ ਆਇਆ, ਵਚਨ ਨਹੀਂ ਆਇਆ, ਆਪ ਆਇਆ। ਔਰ ਇਹ ਸਾਡਾ ਬਾਪ ਆ, ਇਹ ਉਸਦੇ ਗੁਣ। ਕੱਲ ਨੂੰ ਇਸਨੂੰ ਹੋਰ ਅਸੀਂ ਥੋੜਾ ਜਿਹਾ ਅੱਗੇ ਦੇਖਾਂਗੇ, ਔਰ ਫਿਰ ਦੇਖਾਂਗੇ ਕਿ ਸਾਡਾ ਬਾਪ ਕਿੱਦਾਂ ਦਾ ਬੌਸ ਆ। ਜੇ ਪ੍ਰਭੂ ਨੇ ਸਾਨੂੰ ਬੌਸ ਬਣਾਇਆ ਤੇ ਸਾਨੂੰ ਕਿੱਦਾਂ ਦੇ ਹੋਣੇ ਚਾਹੀਦੇ, ਉਹਨਾਂ ਚੀਜ਼ਾਂ ਨੂੰ ਦੇਖਾਂਗੇ। ਲੈਟਸ ਪ੍ਰੇ। ਕੱਲ ਨੂੰ ਇੱਥੋਂ ਸ਼ੁਰੂ ਕਰਾਂਗੇ, ਇਹ ਮੈਂ ਖੋਲੇ ਨਹੀਂ ਆਏਗਾ, ਇਸ ਨੂੰ ਕੱਲ ਨੂੰ ਇੱਥੋਂ ਸ਼ੁਰੂ ਕਰਾਂਗੇ। ਔਰ ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਮਹਾਨ ਪ੍ਰਭੂ ਪਰਮੇਸ਼ਰ, ਤੂੰ ਦਇਆ ਦੇ ਨਾਲ ਭਰਿਆ ਪਿਆ, ਕਿਰਪਾ, ਸ਼ਾਂਤੀ, ਆਰਾਮ। ਪ੍ਰਭੂ ਜੀ, ਤੂੰ ਆਪਣਾ ਸਭ ਕੁਛ ਦੇਣਾ ਸਾਨੂੰ। ਜੋ ਕੁਝ ਸਾਨੂੰ ਮਿਲਦਾ ਸਾਡੇ ਬਾਪ ਤੋਂ ਮਿਲਦਾ, ਕਿਉਂਕਿ ਅਸੀਂ ਉਸ ਦਾ ਵਿਰਸਾ ਹੈ ਔਰ ਉਹ ਸਾਡਾ ਵਿਰਸਾ ਹੈ। ਮੇਰੇ ਪਿਆਰੇ ਪ੍ਰਭੂ, ਇਸ ਵੇਲੇ ਮੈਂ ਆਪਣੇ ਆਪ ਨੂੰ ਔਰ ਆਪਣੇ ਭੈਣਾਂ ਭਰਾਵਾਂ ਨੂੰ ਜੋ ਸਾਡੀ ਸਰੀਰ ਦੀ ਜ਼ਰੂਰਤ ਹੈ ਪ੍ਰਭੂ ਜੀ, ਉਸ ਨੂੰ ਤੂੰ ਪੂਰਾ ਕਰ। ਮੈਂ ਆਪਣੀ ਬੈਕ ਦੇ ਲਈ, ਆਪਣੇ ਗੋਡੇ ਦੇ ਲਈ ਖੁਦਾਵੰਦ ਦੁਆ ਕਰਦਾ। ਮੈਂ ਤੇਰਾ ਸ਼ੁਕਰ ਕਰਦਾ ਖੁਦਾਵੰਦ ਕਿ ਤੂੰ ਭਲੇ ਡਾਕਟਰ ਬਖਸ਼ੇ। ਔਰ ਇਸ ਲਈ ਇਸੇ ਤਰ੍ਹਾਂ ਮੈਂ ਆਪਣੇ ਭੈਣ ਭਰਾਵਾਂ ਦੀ ਸਿਹਤ ਨੂੰ ਵੀ ਤੇਰੇ ਹੱਥਾਂ 'ਚ ਦਿੰਦਾ। ਆਪਣੇ ਮਨਾਂ ਨੂੰ ਅਸੀਂ ਤੇਰੇ ਹੱਥਾਂ ਦੇ ਵਿੱਚ ਦਿੰਦੇ, ਕਿਉਂਕਿ ਸਾਡਾ ਮਨ ਪ੍ਰਭੂ ਜੀ ਭਟਕਦਾ ਹੈ। ਔਰ ਦੁਆ ਕਰਦੇ ਪ੍ਰਭੂ ਜੀ ਕਿ ਤੂੰ ਇਸ ਨੂੰ ਆਪਣੇ ਵੱਲ ਲਾ ਦੇ, ਸਾਡੀਆਂ ਅੱਖਾਂ ਤੇਰੇ ਵੱਲ। ਔਰ ਇਸੇ ਤਰ੍ਹਾਂ ਪ੍ਰਭੂ ਜੀ ਅਸੀਂ ਆਪਣੀ ਆਤਮਾ ਨੂੰ ਤੇਰੀ ਆਤਮਾ 'ਚ ਛੁਪਾਉਂਦੇ ਹਾਂ। ਇਹ ਤੇਰਾ ਮੰਦਰ ਆ ਪ੍ਰਭੂ ਜੀ, ਇਸ ਦੇ ਅੰਦਰ ਤੂੰ ਵਾਸ ਕਰ। ਮੈਂ ਘਟਾਂ, ਤੂੰ ਵਧੇ। ਔਰ ਪ੍ਰਭੂ ਜੀ ਜਿਸ ਦੇ ਨਾਲ, ਜਿਸ ਤਰ੍ਹਾਂ ਤੇਰਾ ਵਚਨ ਕਹਿੰਦਾ ਕਿ ਤੁਸੀਂ ਇਸ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ, ਤਾਂ ਸਾਡੇ ਪ੍ਰਭੂ ਜੀ ਅਸੀਂ ਉਹ ਦੇਖੀਏ ਆਪਣੇ ਰਾਹ। ਮੇਰੇ ਭੈਣਾਂ ਭਰਾਵਾਂ ਨੂੰ ਪ੍ਰਭੂ ਜੀ ਇਸ ਵੇਲੇ ਤੂੰ ਆਪਣੇ ਹੱਥਾਂ ਦੇ ਵਿੱਚ, ਬਾੜ ਦੇ ਵਿੱਚ ਛੁਪਾ। ਸਾਡੇ ਅੱਗੇ, ਸਾਡੇ ਪਿੱਛੇ, ਸਾਡੇ ਸੱਜੇ, ਸਾਡੇ ਖੱਬੇ ਤੇਰੀ ਕਿਰਪਾ, ਤੇਰੀ ਸ਼ਾਂਤੀ, ਤੇਰੀ ਰਾਖੀ ਬਣੀ ਰਹੇ, ਤੇਰਾ ਆਰਾਮ ਬਣਿਆ ਰਹੇ। ਸਾਡੇ ਅੰਦਰ ਪ੍ਰਭੂ ਜੀ ਤੇਰੀ ਸ਼ਾਂਤੀ ਔਰ ਤੇਰਾ ਪਵਿੱਤਰ ਆਤਮਾ ਬਣਿਆ ਰਹੇ। ਸਵਰਗ ਤੋਂ ਤੇਰੀ ਨਿਗਾਹਬਾਨੀ, ਪੈਰਾਂ ਦੇ ਵਿੱਚ ਯਿਸੂ ਦਾ ਛੋਟਾ ਰਸਤਾ, ਔਰ ਤੇਰੇ ਘਰ ਵੱਲ ਸਾਡੀ ਨਜ਼ਰ ਲੱਗੀ ਰਹੇ, ਔਰ ਤੇਰੇ ਘਰ ਵੱਲ ਨੂੰ ਅਸੀਂ ਬਣਦੇ। ਤੂੰ ਸਾਡੇ ਲਈ ਬਰਕਤ ਦਾ ਕਾਰਨ ਬਣੇ, ਔਰ ਅਸੀਂ ਬਹੁਤਿਆਂ ਦੇ ਲਈ ਬਰਕਤ ਦਾ ਕਾਰਨ। ਬੁਰੇ ਔਰ ਬੁਰਾਈ ਤੋਂ ਬਚਾ ਔਰ ਆਪਣੇ ਵਿੱਚ ਵਧਾ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਸਾਰੇ। ਕੱਲ ਨੂੰ 5:50 ਤੇ ਦੁਆਰਾ ਮਿਲਾਂਗੇ, ਔਰ ਕੱਲ ਨੂੰ ਮੂਵੀ ਦੇ 2 ਹਿੱਸੇ ਹੋਰ ਦੇਖਾਂਗੇ, ਔਰ ਫਿਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਆਪਣੀਆਂ ਪਹਿਲੀਆਂ 9 ਆਇਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਪ੍ਰਭੂ ਤੁਹਾਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ।
अपने शांति आराम दे विच तुहानूं बना के रखे। ब्लेस यू।